ਗੁੱਡ ਈਵਨਿੰਗ ਸਟੂਡੈਂਟਸ। ਆਈ ਹੋਪ ਤੁਹਾਡੀ ਪੀਐਸ ਟੈਟ ਸੀਟੈਟ ਦੀ ਤਿਆਰੀ ਬਹੁਤ ਵਧੀਆ ਚੱਲਦੀ ਪਈ ਹੋਏਗੀ। ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਸਾਇੰਸ ਦੀ ਪੈਡਾਗੋਜੀ। ਬਿਲਕੁਲ ਸਕ੍ਰੈਚ ਜ਼ੀਰੋ ਤੋਂ ਸ਼ੁਰੂ ਕਰਾਂਗੇ। ਇਕੱਲੀ ਚੀਜ਼ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਜਾਊਗਾ। ਸਾਇੰਸ ਦੀ ਪੈਡਾਗੋਜੀ ਆਪਦੇ ਵਿੱਚ ਹੀ ਬਹੁਤ ਇੰਪੋਰਟੈਂਟ ਸੈਕਸ਼ਨ ਹੋ ਜਾਂਦਾ ਸਾਇੰਸ ਦੇ ਵਿੱਚ, ਕਿਉਂਕਿ ਇਹ 5 ਤੋਂ 10 ਨੰਬਰ ਕਵਰ ਕਰਦਾ ਆਪਣੇ। ਜਿਹੜੇ ਆਹ ਪੈਡਾਗੋਜੀ ਕਰਨ ਲੱਗੇ ਆਪਾਂ, ਭਾਵੇਂ ਤਾਂ ਪੇਪਰ 1 ਹੋਵੇ ਭਾਵੇਂ 2 ਹੋਵੇ, ਦੋਨਾਂ ਲਈ ਇਕੁਅਲੀ ਇੰਪੋਰਟੈਂਟ ਆ। ਤਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ, ਅਖੀਰ ਤੱਕ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗੀ ਜਾਣਗੀਆਂ। ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਸਾਇੰਸ ਦੀ ਪੈਡਾਗੋਜੀ ਨੂੰ। ਸਭ ਤੋਂ ਪਹਿਲਾਂ ਕੁਐਸਚਨ ਇਹ ਰਾਈਜ਼ ਹੁੰਦਾ ਵੀ ਵਾਟ ਇਜ਼ ਸਾਇੰਸ, ਸਾਇੰਸ ਹੁੰਦੀ ਕੀ ਆ। ਕਿਉਂਕਿ ਪੇਪਰ ਦੇ ਵਿੱਚ ਬਹੁਤ ਸਾਰੇ ਕੁਐਸਚਨ ਇਸ ਤੋਂ ਵੀ ਪੁੱਛੇ ਜਾਂਦੇ ਨੇ, ਬਸ ਸਾਇੰਸ ਕੀ ਆ, ਸਾਇੰਸ ਦਾ ਨੇਚਰ ਕੀ ਆ, ਸਾਇੰਸ ਦੀ ਡੈਫੀਨੇਸ਼ਨ ਕੀ ਆ। ਤਾਂ ਇਹੋ ਜਿਹੇ ਕੁਐਸਚਨ ਸਾਡੇ ਤਾਂ ਹੀ ਕਲੀਅਰ ਹੋਣਗੇ ਜੇ ਤੁਹਾਨੂੰ ਬੇਸਿਕ ਪਤਾ ਹੋਊਗਾ। ਤਾਂ ਅੱਜ ਇਹ ਵੀਡੀਓ ਬੇਸਿਕ ਨੂੰ ਹੀ ਕਵਰ ਕਰੂਗੀ, ਸਾਇੰਸ ਦੀ ਪੈਡਾਗੋਜੀ ਨੂੰ। ਤਾਂ ਆਪਾਂ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਡਿਸਕਸ ਕਰਾਂਗੇ। ਅਖੀਰ ਤੱਕ ਤੁਸੀਂ ਵੀਡੀਓ ਦੇਖੋਗੇ, ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗ ਜਾਣਗੀਆਂ। ਤਾਂ ਇਹ ਵੀਡੀਓ ਬਾਈਲਿੰਗੁਅਲ ਹੋਣ ਵਾਲੀ ਆ। ਮੈਂ ਇੰਗਲਿਸ਼ ਦੇ ਵਿੱਚ ਵੀ ਬੋਲੂੰਗਾ ਤੇ ਨਾਲ ਪੰਜਾਬੀ ਦੇ ਵਿੱਚ ਵੀ ਉਹਨਾਂ ਦੇ ਮਤਲਬ ਸਮਝਾਈ ਜਾਊਂਗਾ। ਪਹਿਲੇ ਪੈਰੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਮੈਨ ਇਜ਼ ਇਨਕਿਊਜ਼ਿਟਿਵ ਬਾਈ ਨੇਚਰ, ਮਤਲਬ ਮਨੁੱਖ ਜਿਹੜਾ ਉਹ ਖੋਜੀ ਸੁਭਾਅ ਦਾ, ਉਹ ਖੋਜ ਕਰਨਾ ਚਾਹੁੰਦਾ। ਹੀ ਟਰਾਈਜ਼ ਟੂ ਫਾਈਂਡ ਹਾਊ ਐਂਡ ਵਾਈ ਆਫ ਆਲ ਦੈਟ ਹੈਪਨ ਇਨ ਨੇਚਰ ਐਂਡ ਹਿਜ਼ ਸਰਾਊਂਡਿੰਗ। ਹਿਜ਼ ਸਪਿਰਿਟ ਆਫ ਇਨਕੁਆਇਰੀ ਐਟ ਫਸਟ ਐਕਸਟੈਂਡਸ ਟੂ ਮੋਸਟ ਸਿੰਪਲ ਫੈਕਟਸ ਆਫ ਨੇਚਰ। A child would like to know how the wind blows, what stuff the clouds are made of, and how small seeds grow into huge tree. As he grew up, he come across more complicated event and object. ਇਸ ਪੈਰੇ 'ਚ ਉਹਨੇ ਕਿਹਾ ਕੀ ਹੋਇਆ ਵੀ ਮਨੁੱਖ ਜਿਹੜਾ ਸੁਭਾਅ ਤੋਂ ਹੀ ਖੋਜੀ ਆ, ਉਹ ਕੁਦਰਤ ਦੇ ਆਪਦੇ ਆਲੇ ਦੁਆਲੇ 'ਚ ਵਾਪਰਨ ਦੀਆਂ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ, ਉਹ ਕਿਉਂ ਵਾਪਰਦੀਆਂ, ਕਿਵੇਂ ਵਾਪਰਦੀਆਂ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਤੇ ਜਿਹੜੀ ਉਹਦੀ ਪੁੱਛਗਿੱਛ ਦੀ ਭਾਵਨਾ ਇਹ ਸਧਾਰਨ ਤੱਥਾਂ ਤੱਕ ਫੈਲਦੀ ਆ। ਇੱਕ ਬੱਚਾ ਜਿਹੜਾ ਜਾਣਨਾ ਚਾਹੁੰਦਾ ਵੀ ਹਵਾ ਜਿਹੜੀ ਕਿਵੇਂ ਵਗਦੀ ਆ, ਕਿਹੜੀਆਂ ਚੀਜ਼ਾਂ ਹਨ, ਕਿਹੜੇ ਜਿਹੜੇ ਬੱਦਲ ਨੇ ਉਹ ਕਿਵੇਂ ਬਣਦੇ ਨੇ, ਇੱਕ ਛੋਟਾ ਬੀਜ ਵੀ ਜਿਹੜਾ ਰੁੱਖ ਤੱਕ ਕਿਵੇਂ ਵੱਧਦਾ। ਤਾਂ ਪਹਿਲੇ ਪੈਰੇ 'ਚ ਆਹ ਗੱਲ ਕੀਤੀ ਹੋਈ ਆ। ਅੱਗੇ ਜੇ ਨੈਕਸਟ ਪੈਰੇ ਦੀ ਗੱਲ ਕਰੀਏ, ਮੈਨ ਬਾਈ ਹਿਜ਼ ਇਨੇਟ ਇੰਟੈਲੀਜੈਂਸ has always been making effort to adjust himself to realm of nature by devising ways and means to bring nature to his own advantage. He has always been trying to harness the force of nature for his own comfort and safety. These efforts have taken the shape of scientific method and form the basis of all science. ਇਹਦੇ ਪੰਜਾਬੀ ਦੀ ਅਨੁਵਾਦ ਦੀ ਗੱਲ ਕਰੀਏ ਤਾਂ ਇਹ ਕਹਿੰਦਾ ਮਨੁੱਖ ਆਪਣੇ ਪੈਦਾਇਸ਼ੀ ਬੁੱਧੀ ਦੁਆਰਾ ਕੁਦਰਤ ਨੂੰ ਆਪਣੇ ਫਾਇਦੇ ਵਿੱਚ ਲਿਆਉਣ ਦੇ ਤਰੀਕੇ ਤੇ ਸਾਧਨ ਤਿਆਰ ਕਰਕੇ ਆਪਣੇ ਆਪ ਨੂੰ ਕੁਦਰਤ ਦੇ ਖੇਤਰ ਵਿੱਚ ਢਾਲਣ ਦਾ ਯਤਨ ਕਰਦਾ ਹੈ। ਕਿਉਂਕਿ ਪੈਦਾਇਸ਼ ਤੋਂ ਹੀ ਆਪਾਂ ਦੇਖਿਆ, ਆਦਿ ਮਾਨਵ ਦੇ ਟਾਈਮ ਤੋਂ ਜਿਹੜਾ ਕੁਦਰਤ ਨੂੰ ਆਪਦੇ ਫਾਇਦੇ ਦੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ। ਜਿਵੇਂ ਰੁੱਖ ਵੱਡੇ ਹੋਣੇ, ਜਾਂ ਕਹਿ ਲਓ ਫਰੂਟਸ ਵੀ ਉੱਥੇ ਸਭ ਤੋਂ ਜਿਹੜਾ ਆਪਾਂ ਖਾਣਾ ਪੀਣਾ ਵੀ ਰੁੱਖਾਂ ਤੋਂ ਹੀ ਲੈਣਾ ਸ਼ੁਰੂ ਕੀਤਾ ਸਟਾਰਟਿੰਗ ਦੇ ਵਿੱਚ। ਤੇ ਜੇ ਉਹਨੇ ਸਭ ਤੋਂ ਪਹਿਲਾਂ ਉਹਦੇ ਸਰੀਰ ਨੂੰ ਢੱਕਣ ਦੀ ਗੱਲ ਕੀਤੀ ਤਾਂ ਉਹ ਵੀ ਪੱਤਿਆਂ ਨਾਲ ਹੀ ਢੱਕਣਾ ਸ਼ੁਰੂ ਕੀਤਾ। ਤਾਂ ਉਹਨੂੰ ਆਪਦੇ ਆਲੇ ਦੁਆਲੇ ਨਾਲ ਮਤਲਬ ਕਹਿ ਲਓ ਉਹਨੂੰ ਯੂਜ਼ ਕਰਨਾ ਸ਼ੁਰੂ ਕਰਤਾ ਉਹਨੇ ਆਪਦੇ ਫਾਇਦੇ ਵਾਸਤੇ। ਤਾਂ ਕੁਦਰਤ ਦੇ ਖੇਤਰ ਵਿੱਚ ਢਾਲਣ ਦਾ ਯਤਨ ਕੀਤਾ, ਮਤਲਬ ਆਪਦੇ ਆਪ ਨੂੰ ਉਹਦੇ ਵਿੱਚ ਵੀ ਉੱਥੇ ਸਰਵਾਈਵ ਕਰ ਸਕੇ। ਇਹਨਾਂ ਯਤਨਾਂ ਨੇ ਵਿਗਿਆਨਿਕ ਵਿਧੀ ਦਾ ਰੂਪ ਧਾਰ ਲਿਆ ਹੈ ਅਤੇ ਸਾਰੇ ਵਿਗਿਆਨਾਂ ਦੇ ਆਧਾਰ ਬਣਾ ਲਏ ਹਨ। ਤਾਂ ਇਹ ਗੱਲ ਕੀਤੀ ਆ ਇਹਦੇ ਵਿੱਚ, ਇਸ ਪੈਰੇ ਦੇ ਵਿੱਚ। ਅੱਗੇ ਗੱਲ ਚੱਲੀਏ ਆਪਾਂ, ਇਨ ਦਾ ਪ੍ਰੋਸੈਸ ਆਫ ਸਰਚ ਫॉर ਨੌਲੇਜ ਐਂਡ ਟਰੂਥ ਮੈਨ ਹੈਜ਼ ਅਕੋਮੋਡੇਟਡ ਅ ਵਾਸਟ ਸਟੋਰ ਆਫ ਨੌਲੇਜ known as science, through which 1. We can obtain sufficient help to understand ourselves, our surrounding and environment. 2. We can also get help from making the force around us favorable to us. We can further obtain the basis of improving and making our lives more comfortable by making adjustment in the new discoveries and in old stock of knowledge. 4th, this store of knowledge gained can be transferred from one generation to other for preservation and progress of civilization. ਹੁਣ ਜੇ ਇਸ ਪੈਰੇ ਦੀ ਪੰਜਾਬੀ ਅਨੁਵਾਦ ਦੀ ਗੱਲ ਕਰਾਂ ਤਾਂ ਇਹਨਾਂ ਨੇ ਕਿਹਾ ਹੋਇਆ, ਗਿਆਨ ਅਤੇ ਸੱਚ ਦੀ ਖੋਜ ਦੀ ਪ੍ਰਕਿਰਿਆ ਵਿੱਚ ਮਨੁੱਖ ਨੇ ਇੱਕ ਵਿਸ਼ਾਲ ਭੰਡਾਰ ਇਕੱਠਾ ਕਰ ਲਿਆ ਹੈ। ਉਹਨੇ ਵਿਸ਼ਾਲ ਭੰਡਾਰ ਜਿਹੜਾ ਇਕੱਠਾ ਕਰ ਲਿਆ ਹੈ। ਗਿਆਨ ਜਿਸ ਨੂੰ ਵਿਗਿਆਨ ਕਿਹਾ ਜਾਂਦਾ ਹੈ, ਉਹ ਵਾਲਾ ਗਿਆਨ, ਨੌਲੇਜ ਜਿਹਨੂੰ ਆਪਾਂ ਸਾਇੰਸ ਕਹਿੰਦੇ ਆ, ਜਿਸ ਰਾਹੀਂ ਆਪਣੇ ਆਲੇ ਦੁਆਲੇ ਅਤੇ ਵਾਤਾਵਰਨ ਨੂੰ ਸਮਝਣ ਲਈ ਲੋੜੀਂਦੀ ਮਦਦ ਪ੍ਰਾਪਤ ਕਰ ਸਕਦੇ ਹਾਂ। ਇਹ ਗੱਲ ਕੀਤੀ ਹੋਈ ਹੈ ਪਹਿਲੇ ਵਿੱਚ। ਸੈਕਿੰਡ 'ਚ ਉਹਨੇ ਕੀ ਕਿਹਾ, ਅਸੀਂ ਆਪਣੇ ਆਲੇ ਦੁਆਲੇ ਅਤੇ ਉਹਦੀਆਂ ਸ਼ਕਤੀਆਂ ਨੂੰ ਆਪਣੇ ਲਈ ਅਨੁਕੂਲ ਬਣਾਉਣ ਵਿੱਚ ਮਦਦ ਲੈ ਸਕਦੇ ਹਾਂ। ਆਪਦੇ ਆਲੇ ਦੁਆਲੇ ਦੀ ਹੈਲਪ ਨਾਲ ਆਪਦੇ ਅਕੋਰਡਿੰਗ ਆਪ ਨੂੰ ਚੇਂਜ ਕਰ ਸਕਦੇ ਹਾਂ। ਥਰਡ ਦੇ ਵਿੱਚ ਕਿਹਾ ਹੋਇਆ ਉਹਨੇ, ਵੀ ਕੈਨ ਫਰਦਰ, ਮਤਲਬ ਅਸੀਂ ਨਵੀਆਂ ਖੋਜਾਂ ਤੇ ਨਵੇਂ ਗਿਆਨ ਪੁਰਾਣੇ ਭੰਡਾਰਾਂ ਵਿੱਚ ਸੁਧਾਰ ਕਰਕੇ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਅਤੇ ਬਿਹਤਰ ਬਣਾਉਣ ਦਾ ਆਧਾਰ ਪ੍ਰਾਪਤ ਕਰ ਸਕਦੇ ਹਾਂ। ਮਤਲਬ ਆਪਦੇ ਆਪ ਨੂੰ ਕੰਫਰਟੇਬਲ ਤਰੀਕੇ ਨਾਲ ਉਹਨਾਂ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ, ਹੋਰ ਸੁਖਾਲਾ ਬਣਾ ਸਕਦੇ ਹਾਂ ਆਪਦੀ ਜ਼ਿੰਦਗੀ ਨੂੰ। ਫੋਰਥ ਦੇ ਵਿੱਚ ਕਿਹਾ ਹੋਇਆ ਉਹਨਾਂ ਨੇ, ਗਿਆਨ ਦੇ ਇਸ ਭੰਡਾਰ ਨੂੰ ਸੰਭਾਲਣ ਲਈ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਸੱਭਿਅਤਾ ਦੀ ਤਰੱਕੀ ਵੀ ਜਿਹੜੀ ਆ ਉੱਥੇ ਪੋਸੀਬਲ ਹੈਗੀ ਆ। ਇਹ ਸੀਗਾ ਇਸ ਪੈਰੇ ਦੇ ਵਿੱਚ। ਹੈਂਸ ਸਾਇੰਸ ਇਜ਼ ਨੋਟ ਜਸਟ ਅਸ ਬੋਡੀ ਆਫ ਨੌਲੇਜ ਐਜ਼ ਇਟ ਯੂਜ਼ ਟੂ ਬੀ ਕੰਸੀਡਰਡ ਇਨ ਅਰਲੀਅਰ ਟਾਈਮ। ਸਾਇੰਸ ਇਜ਼ ਡਾਇਨਾਮਿਕ, ਇਟ ਇਜ਼ ਨੌਲੇਜ as well as process of its continuous development and refinement. Science is thus both a product as well as process. Therefore, science has a dual nature. Science is a product
ਸਾਇੰਸ ਇਜ਼ ਅ ਪ੍ਰੋਸੈਸ। ਇਹ ਬਹੁਤ ਇੰਪੋਰਟੈਂਟ ਪੈਰਾ ਆਹ ਵਾਲਾ। ਇਹਦੇ ਵਿੱਚ ਉਹਨੇ ਕਿਹਾ ਇਸ ਲਈ ਵਿਗਿਆਨ ਕੇਵਲ ਗਿਆਨ ਦਾ ਇੱਕ ਸਮੂਹ ਨਹੀਂ ਆ, ਜਿਵੇਂ ਕਿ ਇਹ ਪਹਿਲੇ ਸਮਿਆਂ ਵਿੱਚ ਮੰਨਿਆ ਜਾਂਦਾ ਸੀ। ਗਿਆਨ ਗਤੀਸ਼ੀਲ ਵੀ ਆ। ਇਹ ਗਿਆਨ ਦੇ ਨਾਲ ਨਾਲ ਇਸ ਦੇ ਨਿਰੰਤਰ ਵਿਕਾਸ ਤੇ ਸੁਧਾਰ ਦੀ ਪ੍ਰਕਿਰਿਆ ਹੈ। ਇਸ ਤਰ੍ਹਾਂ ਵਿਗਿਆਨ ਇੱਕ ਉਤਪਾਦਕ ਦੇ ਨਾਲ ਨਾਲ ਪ੍ਰਕਿਰਿਆ ਵੀ ਆ। ਇਸ ਲਈ ਵਿਗਿਆਨ ਦਾ ਦੋਹਰਾ ਸੁਭਾਅ ਇਹ ਬਹੁਤ ਇੰਪੋਰਟੈਂਟ ਆ। ਸਾਇੰਸ ਜੀ ਆ ਪ੍ਰੋਡਕਟ ਵੀ ਆ, ਮਤਲਬ ਇੱਕ ਤਰ੍ਹਾਂ ਦਾ ਉਤਪਾਦ ਵੀ ਆ, ਤੇ ਪ੍ਰੋਸੈਸ ਵੀ ਆ, ਮਤਲਬ ਪ੍ਰਕਿਰਿਆ ਵੀ ਆ। ਤਾਂ ਇਹ ਗੱਲ ਕੀਤੀ ਇਸ ਪੈਰੇ ਦੇ ਵਿੱਚ। ਇੱਥੋਂ ਆਹ ਵਾਲੀ ਲਾਈਨ ਬਹੁਤ ਇੰਪੋਰਟੈਂਟ ਆ ਵੀ ਜਿਹੜਾ ਸਾਇੰਸ ਆ ਉਹ ਪ੍ਰੋਡਕਟ ਆ ਤੇ ਐਜ਼ ਵੈਲ ਪ੍ਰੋਸੈਸ ਵੀ ਆ, ਮਤਲਬ ਦੋਨੇ ਚੀਜ਼ਾਂ ਆਈਆਂ ਨੇ ਇਹਦੇ ਵਿੱਚ। ਅੱਗੇ ਚੱਲੀਏ ਆਪਾਂ ਨੈਕਸਟ ਪੈਰੇ ਦੇ ਉੱਤੇ। The process form of science is more important than its product form, as the way of exploring the truth and acquiring knowledge is always given more preference in science rather than mere memorization or gaining knowledge of accumulated facts। ਇਹ ਵੀ ਇੱਕ ਆਪਦੇ ਆਪ 'ਚ ਇੰਪੋਰਟੈਂਟ ਲਾਈਨ ਆ। ਜਿਹੜੀ ਹੁਣ ਵਿਗਿਆਨ ਦੀ ਪ੍ਰਕਿਰਿਆ ਰੂਪ ਆ ਉਹ ਉਹਦੇ ਉਤਪਾਦ ਰੂਪ ਨਾਲੋਂ ਜ਼ਿਆਦਾ ਇੰਪੋਰਟੈਂਟ ਆ, ਮਤਲਬ ਜ਼ਿਆਦਾ ਮਹੱਤਵਪੂਰਨ ਆ। ਕਿਉਂ? ਕਿਉਂਕਿ ਜਿਹੜੀ ਸੱਚਾਈ ਦੀ ਖੋਜ ਆ ਜਾਂ ਗਿਆਨ ਪ੍ਰਾਪਤ ਕਰਨ ਦੇ ਤਰੀਕੇ ਆ ਵਿਗਿਆਨ ਨੂੰ ਹਮੇਸ਼ਾ ਯਾਦ ਰੱਖਣ ਜਾਂ ਇਕੱਤਰ ਕਰਨ ਦੇ ਤੱਥਾਂ ਦਾ ਗਿਆਨ ਪ੍ਰਾਪਤ ਕਰਨ ਨਾਲੋਂ ਵਧੇਰੇ ਤਰਜੀਹ ਦਿੱਤੀ ਜਾਂਦੀ ਆ, ਮਤਲਬ ਉਸ ਚੀਜ਼ ਦੀ ਵਧੇਰੇ ਇੰਪੋਰਟੈਂਸ ਆ ਇੱਥੇ। ਅਗਲੇ 'ਤੇ ਚੱਲਦੇ ਹਾਂ ਆਪਾਂ। ਦ ਸਾਇੰਸ ਕੌਨਸਟੈਂਟਲੀ ਰਿਮੇਨਸ ਇਨ ਸਰਚ ਫॉर ਟਰੁਥ and what it gets on account of this search can never be taken as absolutely and permanently true. These results can be challenged and modified or altered in the view of further explanation and finding. Therefore science by its nature is always dynamic and not static। ਇਹ ਵੀ ਬਹੁਤ ਇੰਪੋਰਟੈਂਟ ਲਾਈਨ ਆ। ਹੁਣ ਇਹਦੇ 'ਚ ਗੱਲ ਕੀਤੀ ਹੋਈ ਆ ਵਿਗਿਆਨ ਇੱਕ ਕੀ ਆ, ਲਗਾਤਾਰ ਸੱਚ ਦੀ ਖੋਜ ਵਿੱਚ ਰਹਿੰਦਾ, ਹਮੇਸ਼ਾ ਹੀ ਸਰਚ ਆਫ ਟਰੁਥ ਆ, ਮਤਲਬ ਖੋਜ ਚੱਲਦੀ ਰਹਿੰਦੀ ਆ ਸੱਚ ਦੀ। ਅਤੇ ਇਹ ਖੋਜ ਦੇ ਕਾਰਨ ਜੋ ਕੁਝ ਵੀ ਪ੍ਰਾਪਤ ਹੁੰਦਾ ਉਹਨੂੰ ਕਦੇ ਵੀ ਬਿਲਕੁਲ ਸਥਾਈ ਤੌਰ 'ਤੇ ਸੱਚ ਨਹੀਂ ਮੰਨਿਆ ਜਾ ਸਕਦਾ, ਮਤਲਬ ਕਦੇ ਵੀ ਪਰਮਾਨੈਂਟਲੀ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਇਹ ਸੱਚਾਈ ਆ, ਵੀ ਇਹ ਗੱਲ ਤਾਂ ਫਿਕਸ ਹੋ ਗਈ, ਅੱਜ ਤੋਂ ਬਾਅਦ ਕਦੇ ਇਹ ਬਦਲ ਨਹੀਂ ਸਕਦੀ। ਇਸ ਕਰਕੇ ਜਿਹੜੇ ਵੀ ਇਹਦੇ ਨਤੀਜੇ ਨਿਕਲ ਕੇ ਆਉਂਦੇ ਨੇ, ਜਿਹੜੇ ਵੀ ਇਹਦੇ ਫਾਈਨਲ ਰਿਜ਼ਲਟ ਨਿਕਲ ਕੇ ਆਉਂਦੇ ਆ, ਉਹਨਾਂ ਨੂੰ ਹਮੇਸ਼ਾ ਚੈਲੰਜ ਕੀਤਾ ਜਾ ਸਕਦਾ, ਮਤਲਬ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਆ ਤੇ ਸੋਧਿਆ ਜਾਂ ਬਦਲਿਆ ਵੀ ਜਾ ਸਕਦਾ। ਇਹਦੇ ਲਈ ਵਿਗਿਆਨ ਜਿਹੜੀ ਆਪਦੀ ਪ੍ਰਕਿਰਿਆ ਦੁਆਰਾ ਹਮੇਸ਼ਾ ਗਤੀਸ਼ੀਲ ਹੁੰਦਾ ਤੇ ਕਦੇ ਵੀ ਸਟੈਟਿਕ ਨਹੀਂ ਹੁੰਦਾ। ਸਟੈਟਿਕ ਮਤਲਬ ਸਥਿਰ, ਹਮੇਸ਼ਾ ਬਦਲਦਾ ਹੀ ਰਹਿੰਦਾ। ਜਿਹੜਾ ਗਿਆਨ ਸਾਇੰਸ ਦੇ ਵਿੱਚ ਲਗਾਤਾਰ ਬਦਲਾਅ ਆਉਂਦੇ ਰਹਿੰਦੇ ਨੇ। ਹੁਣ ਜਿਵੇਂ ਆਪਾਂ ਗੱਲ ਕਰ ਲਈਏ ਆਪਾਂ ਕੈਮਿਸਟਰੀ ਦੇ ਵਿੱਚ ਪੀਰੀਓਡਿਕ ਟੇਬਲ ਦੀ, ਪੀਰੀਓਡਿਕ ਟੇਬਲ ਵੀ ਕਿੰਨੀ ਵਾਰੀ ਬਦਲਿਆ ਗਿਆ। ਪਹਿਲਾਂ ਕਿਸੇ ਸਾਇੰਟਿਸਟ ਨੇ ਦੱਸਿਆ, ਫਿਰ ਕਿਸੇ ਸਾਇੰਟਿਸਟ ਨੇ। ਜਿਵੇਂ ਆਪਾਂ ਐਟਮ ਦੀ ਥਿਊਰੀ ਦੀ ਗੱਲ ਕਰ ਲਈ, ਐਟਮ ਦੀ ਡਿਸਕਵਰੀ ਪਹਿਲਾਂ ਥਾਮਸਨ ਨੇ ਅਲੱਗ ਮਾਡਲ ਦਿੱਤਾ, ਫਿਰ ਆਪਾਂ ਬੋਰ ਬਾਰੇ ਪੜ੍ਹਦੇ ਰਹਿੰਦੇ ਹਾਂ, ਰਦਰਫੋਰਡ ਨੇ ਦਿੱਤਾ। ਤਾਂ ਇਹੋ ਜਿਹੇ ਕਈ ਵਾਰੀ ਸਾਇੰਸ ਦੇ ਵਿੱਚ ਦੇਖਣ ਨੂੰ ਮਿਲਿਆ ਆਪਾਂ ਨੂੰ ਵੀ ਕਿੰਨੇ ਵਾਰੀ ਸੁਧਾਰ ਉਹਦੇ ਵਿੱਚ ਆਏ ਨੇ। ਤਾਂ ਇਸ ਕਰਕੇ ਡਾਇਨਾਮਿਕ ਆ, ਇਹ ਸਟੈਟਿਕ ਨਹੀਂ ਹੈਗਾ। ਅਗਲੇ ਪੈਰੇ 'ਤੇ ਚੱਲੀਏ ਆਪਾਂ। ਦ ਮੈਥਡ ਔਰ ਪ੍ਰੋਸੈਸ ਅਡੋਪਟਡ ਬਾਈ ਸਾਇੰਸ ਇਨ ਦ ਐਕਸਪਲੇਨੇਸ਼ਨ ਆਫ ਟਰੁਥ ਇਜ਼ ਕੁਆਇਟ ਯੂਨੀਕ and distinct from the method adopted in such study by other subject. It is known as scientific method and is characterized by quantities like logically sound, highly valid, as well as sufficiently reliable, impartial and objective in its procedure and approach। ਹੁਣ ਇਹਦੇ ਪੰਜਾਬੀ ਦੀ ਗੱਲ ਕਰੀਏ ਤਾਂ ਇਹਨੇ ਕੀ ਕਿਹਾ ਹੋਇਆ। ਹੁਣ ਉਹ ਕਹਿੰਦੇ ਜਿਹੜੀ ਸੱਚ ਦੀ ਵਿਆਖਿਆ, ਮਤਲਬ ਟਰੁਥ ਦੀ ਐਕਸਪਲੇਨੇਸ਼ਨ ਆ ਜਿਹੜੀ, ਉਹ ਵਿਗਿਆਨ ਦੁਆਰਾ ਅਪਣਾਇਆ ਗਿਆ ਤਰੀਕਾ, ਜਿਹੜਾ ਉਹਦਾ ਤਰੀਕਾ ਸੱਚ ਨੂੰ ਸਾਬਤ ਕਰਨ ਦਾ ਜਾਂ ਸੱਚ ਤੱਕ ਪਹੁੰਚਣ ਦਾ, ਉਹ ਦੂਜੇ ਵਿਸ਼ਿਆਂ ਦੁਆਰਾ ਜਿਹੜੇ ਅਧਿਐਨ ਅਪਣਾਏ ਗਏ ਤਰੀਕਿਆਂ ਨਾਲੋਂ ਬਹੁਤ ਵੱਖਰਾ, ਵਿਲੱਖਣ, ਮਤਲਬ ਯੂਨੀਕ ਤੇ ਵੱਖਰਾ। ਇਸ ਨੂੰ ਜਿਹੜਾ ਵਿਗਿਆਨ ਵਿਧੀ ਦੇ ਰੂਪ ਵਿੱਚ ਆਪਾਂ ਅੱਡ ਤੋਂ ਜਾਣਦੇ ਹਾਂ, ਤਾਂ ਕਰਕੇ ਆਪਾਂ ਨੂੰ ਸਾਇੰਟੀਫਿਕ ਮੈਥਡ ਬੋਲਦੇ ਹਾਂ। ਤਾਂ ਇਸੇ ਕਰਕੇ ਜਿਹੜੀ ਇਹਦੀ ਵਿਧੀ ਆ ਉਹ ਕੀ ਆ, ਲੌਜੀਕਲ ਆ, ਮਤਲਬ ਤਰਕਪੂਰਨ ਆ, ਹਾਈਲੀ ਵੈਲਿਡ ਮਤਲਬ ਉਚਿਤ ਪ੍ਰਮਾਣਿਕ ਆ, ਤੇ ਕਾਫੀ ਭਰੋਸੇਮੰਦ ਆ, ਸਫੀਸ਼ੀਐਂਟਲੀ ਰਿਲਾਇਬਲ ਮਤਲਬ ਕਾਫੀ ਭਰੋਸੇਮੰਦ ਆ, ਇੰਪਾਰਸ਼ੀਅਲ ਮਤਲਬ ਨਿਰਪੱਖ ਆ, ਅਤੇ ਆਬਜੈਕਟਿਵ ਇਨ ਇਟਸ ਪ੍ਰੋਸੀਜਰ ਐਂਡ ਅਪਰੋਚ ਮਤਲਬ ਉਦੇਸ਼ ਵਰਗੀਆਂ ਮਾਤਰਾਵਾਂ ਦੁਆਰਾ ਦਰਸਾਇਆ ਜਾਂਦਾ। ਅੱਗੇ ਗੱਲ ਕਰੀਏ ਨੈਕਸਟ ਲਾਈਨ ਦੀ। ਸਾਇੰਸ ਥਰੂ ਇਟਸ ਸਟੱਡੀ ਹੈਲਪਸ ਇਨ ਬ੍ਰਿੰਗਿੰਗ ਟਿਪੀਕਲ ਚੇਂਜ ਇਨ ਐਟੀਟਿਊਡ ਆਫ ਇਟਸ ਰੀਡਰ ਐਂਡ ਫੋਲੋਅਰਸ। ਦ ਡਿਵੈਲਪਮੈਂਟ ਆਫ ਸੱਚ ਐਟੀਟਿਊਡ ਇਜ਼ ਨੋਨ ਐਜ਼ ਸਾਇੰਟੀਫਿਕ ਐਟੀਟਿਊਡ। ਹੁਣ ਉਹ ਕਹਿੰਦੇ ਵਿਗਿਆਨ ਆਪਣੇ ਅਧਿਐਨ ਦੁਆਰਾ ਇਸ ਦੇ ਰਵੱਈਏ ਵਿੱਚ ਆਮ ਤਬਦੀਲੀ ਲਿਆਉਣ ਵਿੱਚ ਮਦਦ ਕਰਦਾ ਹੈ। ਰੀਡਰ ਤੇ ਫੋਲੋਅਰ ਨੇ, ਉਹਨਾਂ ਦੇ ਵਿੱਚ ਜਿਹੜਾ ਰਵੱਈਏ ਦਾ ਵਿਕਾਸ ਵਿਗਿਆਨਿਕ ਹੁੰਦਾ, ਉਹਨੂੰ ਆਪਾਂ ਵਿਗਿਆਨਿਕ ਵਿਕਾਸ ਕਹਿ ਸਕਦੇ ਹਾਂ। ਜਿਹਨਾਂ ਦੇ ਰਵੱਈਏ ਦੇ ਵਿੱਚ, ਐਟੀਟਿਊਡ ਦੇ ਵਿੱਚ ਜਿਹੜਾ ਤਬਦੀਲੀ ਆਉਂਦੀ ਆ, ਉਹਨੂੰ ਆਪਾਂ ਪੂਰੀ ਤਰ੍ਹਾਂ ਵਿਗਿਆਨਿਕ ਕਹਿ ਸਕਦੇ ਹਾਂ। ਵੀ ਇੱਥੇ ਦੋ ਤਰੀਕੇ ਦੀਆਂ ਆਪਾਂ ਨੂੰ ਜ਼ਿੰਮੇਵਾਰੀਆਂ ਦੇਖਣ ਨੂੰ ਮਿਲਦੀਆਂ, ਦੋ ਤਰੀਕੇ ਦੇ ਜਿਹੜੇ ਟੈਂਪਰਾਮੈਂਟ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ। ਪਹਿਲੀ ਹੈਗੀ ਇਨਵੈਸਟੀਗੇਸ਼ਨ, ਮਤਲਬ ਤੱਥਾਂ ਦੀ ਜਾਂਚ ਅਤੇ ਖੋਜ। ਅਜਿਹੇ ਸਪਸ਼ਟੀਕਰਨ ਤੇ ਨਤੀਜੇ ਵਜੋਂ ਤੱਥਾਂ ਦੀ ਯੋਜਨਾਬੱਧ ਅਤੇ ਸੰਗਠਿਤ ਸੰਸਥਾ ਦਾ ਨਿਰਮਾਣ ਕਰਨਾ। ਫਿਰ ਅਗਲੇ ਪੈਰੇ 'ਤੇ ਚੱਲਦੇ ਹਾਂ ਆਪਾਂ। ਹੁਣ ਜਿਹਦੇ ਪੰਜਾਬੀ ਅਨੁਵਾਦ ਦੀ ਗੱਲ ਕਰਾਂ ਤਾਂ ਇਹਨਾਂ ਨੇ ਐਂ ਕਿਹਾ ਹੋਇਆ ਵੀ ਦੂਜੇ ਪੜਾਅ ਵਿੱਚ ਪਹੁੰਚਦੇ ਹਾਂ ਵਿਗਿਆਨ ਸਾਨੂੰ ਵਿਗਿਆਨਿਕ ਤੱਥਾਂ, ਸੰਕਲਪਾਂ ਤੇ ਜਿਹੜੀ ਜਨਰਲਾਈਜ਼ ਮਤਲਬ ਸਧਾਰਨੀਕਰਨਾਂ, ਕਾਨੂੰਨਾਂ ਅਤੇ ਸਿਧਾਂਤਾਂ ਨੂੰ ਸ਼ਾਮਿਲ ਕਰਨ ਵਾਲੀ ਅਜਿਹੀ ਯੋਜਨਾਬੱਧ ਅਤੇ ਸੰਗਠਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਜਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਜੋ ਸਾਡੀਆਂ ਸਾਰਿਆਂ ਲਈ ਨਾ ਸਿਰਫ ਵਿਗਿਆਨ ਦੇ ਘੇਰੇ ਨੂੰ ਵਧਾਉਣ ਸਗੋਂ ਹੱਲ ਲੱਭਣ ਵਿੱਚ ਵੀ ਮਦਦਗਾਰ ਹੈ। ਤੇ ਇਹ ਨਾਲ ਨਾਲ ਕੀ ਕਰਦਾ, ਆਪਣੀ ਜ਼ਿੰਦਗੀ ਨੂੰ ਵਿੱਚ ਵੀ ਖੁਸ਼ਹਾਲੀ ਲਿਆਉਣ ਲਈ ਹੈਲਪਫੁਲ ਆ, ਕਹਿ ਸਕਦੇ ਹਾਂ
ਜਿੰਨਾ ਸੰਭਵ ਹੋ ਸਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਇਹਦਾ ਹੱਥ ਹੈਗਾ। ਅੱਗੇ ਹੈਗਾ ਵੀ ਆਓ ਹੁਣ ਇਹਨਾਂ ਤੱਥਾਂ, ਸੰਕਲਪਾਂ, ਸਧਾਰਨੀਕਰਨਾਂ, ਕਾਨੂੰਨਾਂ ਅਤੇ ਸਿਧਾਂਤਾਂ ਦੀ ਪ੍ਰਕਿਰਤੀ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਜੋ ਵਿਗਿਆਨਕ ਜਾਣਕਾਰੀ ਦੇ ਸੰਚਿਤ ਸਮੂਹ ਨਾਲ ਜੁੜੇ ਹੋਏ ਹਨ। ਬਸ ਇਹਦੇ ਵਿੱਚ ਇੰਨਾ ਹੀ ਸੀਗਾ। ਅੱਗੇ ਚੱਲਦੇ ਆਪਾਂ ਨੈਕਸਟ ਉੱਤੇ। ਸਾਇੰਸ ਇਨ ਇਟਸ ਵੇਰੀਅਸ ਫਾਰਮ ਐਂਡ ਸ਼ੇਪਸ ਹੈਲਪ ਅਸ ਟੂ ਅੰਡਰਸਟੈਂਡ ਆਵਰਸੈਲਫ ਐਂਡ ਦਾ এনवायरमेंट ਅਰਾਊਂਡ ਅਸ। ਮਤਲਬ ਇਹ ਆਪਾਂ ਨੂੰ ਅਲੱਗ-ਅਲੱਗ ਫਾਰਮ ਤੇ ਸ਼ੇਪ ਦੇ ਵਿੱਚ ਸਮਝਣ ਦੀ ਹੈਲਪ ਕਰਦਾ ਵੀ ਆਪਣੇ ਆਲੇ ਦੁਆਲਾ ਕਿਹੋ ਜਿਹਾ ਹੈਗਾ। However, this task to understand ourselves and environment is not so simple as it appear otherwise। ਉਹ ਕਹਿੰਦੇ ਇਹ ਚੀਜ਼ ਇੰਨੀ ਸੌਖੀ ਵੀ ਹੈ ਨਹੀਂ ਵੀ ਆਪਦੇ এনवायरमेंट ਨੂੰ ਜਾਣਨਾ ਇੰਨਾ ਸੌਖਾ ਵੀ ਹੈ ਨਹੀਂਗਾ। ਟੂ ਫੈਸਿਲਿਟੇਟ ਐਂਡ ਸਰਵ ਦੀ ਪਰਪਸ ਇਨ ਅ ਬੈਟਰ ਵੇ, ਚੰਗੇ ਤਰੀਕੇ ਨਾਲ ਆਪਣਾ ਜਿਹੜਾ ਇਸ ਚੀਜ਼ ਨੂੰ ਕਰਨ ਵਾਸਤੇ ਜਾਂ ਆਪਣੇ ਪਰਪਸ ਨੂੰ ਫੁਲਫਿਲ ਕਰਨ ਵਾਸਤੇ ਅਟੈਂਪਟਸ ਆਰ ਮੇਡ ਟੂ ਡਿਵਾਈਡ ਦਾ ਸਬਜੈਕਟ ਮੈਟਰ ਐਂਡ ਨੌਲੇਜ ਆਫ ਸਾਇੰਸ। ਤਾਂ ਆਪਾਂ ਨੂੰ ਉੱਥੇ ਕੀ ਕਰਨਾ ਪੈਂਦਾ, ਸਬਜੈਕਟ ਅੱਡ ਤਰੀਕੇ ਨਾਲ ਡਿਵਾਈਡ ਕਰਨਾ ਪੈਂਦਾ ਉਹਨਾਂ ਨੂੰ। ਜਿਵੇਂ ਕਿ ਅੱਡ ਬ੍ਰਾਂਚਾਂ ਬਣਾਈਆਂ ਹੋਈਆਂ ਆਪਾਂ, ਫਿਜ਼ਿਕਸ, ਕੈਮਿਸਟਰੀ, ਜ਼ੂਲੋਜੀ, ਬੋਟਨੀ, ਮਾਈਕਰੋਬਾਇਓਲੋਜੀ, ਐਸਟਰੋਨੋਮੀ ਤੇ ਮੈਡੀਕਲ ਸਾਇੰਸ ਹੋ ਗਈ। ਇਹ ਸਾਰੀਆਂ ਡਿਵੀਜ਼ਨ ਬਣਾਈਆਂ ਹੋਈਆਂ ਵੀ ਤਾਂ ਕਰਕੇ ਆਪਾਂ ਇਹਨੂੰ ਡੀਪ ਸਟੱਡੀ ਕਰ ਸਕੀਏ, ਕਿਉਂਕਿ ਜੇ ਇਕੱਲੇ ਸਾਇੰਸ ਸਬਜੈਕਟ ਹੁੰਦਾ ਫਿਰ ਤਾਂ ਪੋਸੀਬਲ ਨਹੀਂ ਸੀਗਾ ਵੀ ਇਹਨੂੰ ਡੀਪ ਤੋਂ ਡੀਪ ਸਟੱਡੀ ਕਰਨਾ, ਕਿਉਂਕਿ ਕਿੰਨਾ ਕੁਛ ਬੰਦਾ ਪੜ੍ਹੀ ਜਾਊਗਾ। ਤਾਂ ਇਹਨਾਂ ਨੂੰ ਬ੍ਰਾਂਚਾਂ ਡਿਵਾਈਡ ਕਰਤੀਆਂ ਇਹਨਾਂ ਦੀਆਂ ਵੀ ਇਹਨਾਂ ਦਾ ਅਧਿਐਨ ਜਿਹੜਾ ਡੂੰਘਾ ਤੋਂ ਡੂੰਘਾ ਪੋਸੀਬਲ ਹੋ ਸਕੇ। ਸੱਚ ਡਿਵੀਜ਼ਨ ਹੈਲਪ ਇਨ ਦੀ ਡੀਪ, ਤਾਂ ਇਸੇ ਕਰਕੇ ਇਹੀ ਗੱਲ ਕੀ ਆ ਵੀ ਇਹਨੂੰ ਆਪਾਂ ਉਹਨਾਂ ਡੀਪ ਲੈ ਕੇ ਜਾ ਸਕਦੇ ਹਾਂ। ਸਾਇੰਟੀਫਿਕ ਏਰੀਆ ਜਿਹੜੇ ਚੰਗੀ ਤਰੀਕੇ ਨਾਲ ਕਵਰ ਹੋ ਸਕਦੇ ਨੇ ਇਸ ਤਰੀਕੇ ਦੇ ਨਾਲ। ਤਾਂ ਅੱਗੇ ਗੱਲ ਕਰੀਏ ਸੇਲੀਐਂਟ ਫੀਚਰਸ ਆਫ ਸਾਇੰਸ। ਇਹ ਪੈਰੇ ਨੂੰ ਸਕਿਪ ਕਰਦੇ ਹੋਏ ਆਪਾਂ ਸਿੱਧਾ ਪੁਆਇੰਟਸ ਤੇ ਚੱਲਦੇ ਹਾਂ। ਉਹ ਕਹਿੰਦੇ ਸਾਇੰਸ ਦਾ ਜਿਹੜਾ ਅਤੀਤ ਨਾਲ ਕੋਈ ਖਾਸ ਸੰਬੰਧ ਨਹੀਂ ਹੈਗਾ, ਨਾ ਹੀ ਇਹਦਾ ਆਈਡੀਅਲ ਸਿਚੁਏਸ਼ਨ ਨਾਲ ਆ, ਮਤਲਬ ਆਦਰਸ਼ ਸਥਿਤੀ ਦੇ ਨਾਲ ਕੋਈ ਦਾ ਸੰਬੰਧ ਨਹੀਂ ਹੈਗਾ। ਇਟ ਇਜ਼ ਮੋਸਟਲੀ ਰਿਲੇਟਡ, ਮਤਲਬ ਇਹ ਸਭ ਜ਼ਿਆਦਾਤਰ ਜਿਹੜਾ ਇਹ ਵਰਤਮਾਨ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਇਹਦਾ ਜ਼ਿਆਦਾ ਮਤਲਬ ਇਹ ਕਿਉਂ ਵਾਪਰ ਰਹੀਆਂ, ਕੀ ਵਾਪਰ ਰਿਹਾ, ਉਹਦੇ ਨਾਲ ਸੰਬੰਧ ਆ। Therefore, instead of answering the question like what happened in the remote past or what ought to be, it is usually focus its attention over the problem like what exists, why it is happening, what would happen if it continued in the same way। ਇਹ ਬਹੁਤ ਇੰਪੋਰਟੈਂਟ ਲਾਈਨ ਆ, ਧਿਆਨ ਨਾਲ ਸਮਝੋ। ਇਹਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਵੀ ਸਾਇੰਸ ਦਾ ਧਿਆਨ ਸਿਰਫ ਤੇ ਸਿਰਫ ਹੁਣ ਦੇ ਵੱਲ ਨਹੀਂ ਹੁੰਦਾ ਵੀ ਹੁਣ ਕੀ ਚੱਲ ਰਿਹਾ, ਉਹਦੀਆਂ ਆਪਾਂ ਕਮੀਆਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਕਿਉਂਕਿ ਪਾਸਟ ਦੀ ਗੱਲ ਕੌਣ ਕਰਦਾ, ਪਾਸਟ ਦੀ ਗੱਲ ਤਾਂ ਹਿਸਟਰੀ ਕਰਦੀ ਆ, ਹਿਸਟਰੀ ਨੂੰ ਜਾਣਦੇ ਆਪਾਂ ਵੀ ਪਹਿਲਾਂ ਕੀ ਹੋਇਆ। ਪਰ ਜੇ ਸਾਇੰਸ ਦਾ ਗੱਲ ਕਰੀਏ ਆਪਾਂ, ਸਾਇੰਸ ਨੇ ਤਾਂ ਹੁਣ ਦੀਆਂ ਪ੍ਰੋਬਲਮਾਂ ਦੇਖਣੀਆਂ ਵੀ ਹੁਣ ਇਸ ਟਾਈਮ ਕਿਹੜੀਆਂ ਬਿਮਾਰੀਆਂ ਚੱਲ ਰਹੀਆਂ, ਉਹਦੀ ਦਵਾਈ ਦੀ ਖੋਜ ਕਰੀਏ। ਹੁਣ ਆਪਾਂ ਜਿਵੇਂ ਮੋਬਾਈਲ ਫੋਨ ਕੀ ਸੋਚਿਆ ਕਿਸੇ ਨੇ ਵੀ ਆਪਾਂ ਦੂਰ ਗੱਲ ਕਿਵੇਂ ਕਰ ਸਕਦੇ ਹਾਂ, ਤਾਂ ਹੁਣ ਦੀ ਪ੍ਰੋਬਲਮ ਦੇਖ ਕੇ ਕੱਢਿਆ ਗਿਆ ਨਾ ਹੱਲ ਉਸ ਤਰੀਕੇ ਦਾ। ਤਾਂ ਸਾਇੰਸ ਕੀ ਆ, ਹੁਣ ਦੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਜਿਹੜੀਆਂ ਸਮਾਜ ਦੇ ਵਿੱਚ ਕੋਈ ਹੁੰਦੀਆਂ ਨੇ ਕਮੀਆਂ, ਉਹਨੂੰ ਦੂਰ ਕਰਨ 'ਤੇ ਕੰਮ ਕਰਦੀ ਹੈ ਸਾਇੰਸ। ਸੈਕਿੰਡ ਆਪਸ਼ਨ ਦੀ ਗੱਲ ਕਰ ਲਈਏ, ਸੈਕਿੰਡ ਪੁਆਇੰਟ ਦੀ, ਸਾਇੰਸ ਮੇਕਸ ਯੂਜ਼ ਆਫ ਸਪੈਸ਼ਲ ਮੈਥਡ ਕਾਲਡ ਸਾਇੰਟਿਫਿਕ ਮੈਥਡ। ਤਾਂ ਹੀ ਜਿਹੜਾ ਸਾਇੰਸ ਲਈ ਇੱਕ ਵਿਸ਼ੇਸ਼ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਵਿਗਿਆਨਿਕ ਵਿਧੀ ਕਹਿੰਦੇ ਹਾਂ, ਫੋਰ ਕੈਰਿੰਗ ਆਊਟ ਦੇਅਰ ਸਟੱਡੀਜ਼, ਮਤਲਬ ਉਹਦਾ ਅਧਿਐਨ ਕਰਨ ਵਾਸਤੇ। ਦਿਸ ਮੈਥਡ ਇਜ਼ ਵੈਲ ਨੋਨ ਫੋਰ ਇਟਸ ਸੁਪੀਰੀਅਰਿਟੀ ਇਨ ਟਰਮ ਆਫ ਆਬਜੈਕਟਿਵਿਟੀ। ਇਹ ਜਿਹੜਾ ਮੈਥਡ ਆ ਇਹਨੂੰ ਆਪਾਂ ਸੁਪੀਰੀਅਰਿਟੀ, ਮਤਲਬ ਸੁਪੀਰੀਅਰਿਟੀ ਹੁੰਦੀ ਆ ਉੱਤਮਤਾ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਆ, ਆਪਦੀ ਉੱਤਮਤਾ ਲਈ। ਐਂਡ ਵੈਲਿਡਿਟੀ ਓਵਰ ਆਲ ਅਦਰ ਮੈਥਡ ਯੂਜ਼ਡ ਇਨ ਦੀ ਸਟੱਡੀ ਆਫ ਅਦਰ ਸਬਜੈਕਟ। ਅਤੇ ਇਹਦੀ ਜਿਹੜੀ ਮਤਲਬ ਆਪਾਂ ਕਹਿੰਦੇ ਹਾਂ ਉੱਚਮਤਾ ਕਿਉਂ ਆ ਇਹਦੀ, ਕਿਉਂਕਿ ਇਹ ਹੋਰਾਂ ਸਬਜੈਕਟਾਂ ਦੇ ਅਧਿਐਨ ਵਾਸਤੇ ਵੀ ਆਪਾਂ ਇਹਨੂੰ ਭਰੋਸੇਯੋਗਤਾ ਵਜੋਂ ਵਰਤ ਸਕਦੇ ਹਾਂ, ਐਂ ਕਹਿ ਸਕਦੇ ਹਾਂ ਆਪਾਂ। ਅੱਗੇ ਗੱਲ ਕਰੀਏ ਥਰਡ ਪੁਆਇੰਟ ਦੀ, ਦ ਮੀਨਸ ਮਟੀਰੀਅਲ ਐਂਡ ਇੰਸਟਰੂਮੈਂਟ ਯੂਜ਼ਡ ਫੋਰ ਕੈਰਿੰਗ ਆਊਟ ਸਟੱਡੀ ਇਨ ਸਾਇੰਸ ਆਰ ਕੁਆਇਟ ਸਪੈਸ਼ਲ ਇਨ ਨੇਚਰ। ਉਹ ਕਹਿੰਦੇ ਹੁਣ ਜਿਹੜੇ ਆਪਾਂ ਵਿਗਿਆਨਿਕ ਅਧਿਐਨ ਲਈ ਵਰਤੇ ਜਾਣ ਵਾਲੇ ਸਾਧਨ ਆ, ਸਮੱਗਰੀ ਆ ਜਾਂ ਕੁਦਰਤੀ ਤੌਰ 'ਤੇ ਯੰਤਰ ਨੇ, ਉਹ ਕਾਫੀ ਵਿਸ਼ੇਸ਼ ਨੇ ਆਪਦੇ ਆਪ ਦੇ ਵਿੱਚ। ਦੇ ਆਰ ਯੂਜ਼ਲੀ ਰੈਫਰਡ ਟੂ ਐਜ਼ ਸਾਇੰਟੀਫਿਕ, ਇਹਨਾਂ ਨੂੰ ਆਪਾਂ ਵਿਗਿਆਨਿਕ ਕਹਿੰਦੇ ਹਾਂ। ਫੋਰ ਐਗਜ਼ਾਮਪਲ ਸਾਇੰਟੀਫਿਕ ਇੰਸਟਰੂਮੈਂਟ, ਅਪਲਾਇੰਸਿਸ ਐਟਸੈਟਰਾ, ਜਿਹਨਾਂ ਨੂੰ ਆਪਾਂ ਆਹ ਵਿਗਿਆਨ ਦੀਆਂ ਜਿਹੜੀਆਂ ਸਮੱਗਰੀਆਂ ਹੁੰਦੀਆਂ ਨੇ ਇਹਨਾਂ ਦੀ ਗੱਲ ਕੀਤੀ ਹੋਈ ਹੈ ਇੱਥੇ। ਦ ਰਿਜ਼ਲਟ ਆਫ ਆਬਜ਼ਰਵੇਸ਼ਨ ਐਂਡ ਮੈਜ਼ਰਮੈਂਟ ਅਰਾਈਵਡ ਐਟ ਥਰੂ ਦੀਜ਼ ਮੀਨਸ ਐਂਡ ਮਟੀਰੀਅਲ ਨੋਨ ਫੋਰ ਦੇਅਰ ਕੰਪਰੀਹੈਂਸਿਵ ਰਿਲਾਇਬਿਲਿਟੀ, ਵੈਲਿਡਿਟੀ, ਆਬਜੈਕਟਿਵਿਟੀ ਬਿਯੋਂਡ ਆ ਲੀਸਟ ਸਕੋਪ ਆਫ ਐਨੀ ਡਾਊਟ। ਇੱਥੇ ਗੱਲ ਕੀਤੀ ਹੈ ਇਹਨਾਂ ਸਾਧਨਾਂ ਅਤੇ ਸਮੱਗਰੀਆਂ ਰਾਹੀਂ ਨਿਰੀਖਣ ਅਤੇ ਮਾਪਣ ਦੇ ਨਤੀਜੇ ਉਹਨਾਂ ਦੀ ਵਿਆਪਕ ਭਰੋਸੇਯੋਗਤਾ ਲਈ ਜਾਣੇ ਜਾਂਦੇ ਹਨ। ਕਿਸੇ ਵੀ ਸ਼ੱਕ ਤੇ ਘੱਟ ਤੋਂ ਘੱਟ ਦਾਇਰੇ ਤੋਂ ਪਰੇ ਵੈਧਤਾ ਅਤੇ ਨਿਰਪੱਖਤਾ ਦੀ ਗੱਲ ਕੀਤੀ ਹੋਈ ਹੈ। ਮਤਲਬ ਇਹਦੇ 'ਤੇ ਆਪਾਂ ਨੂੰ ਜ਼ਿਆਦਾ ਰਿਲਾਇਬਲ ਕਰਤੇ ਹੁੰਦੇ ਹਾਂ। ਹੁਣ ਜੇ ਵੇਟ ਚੈੱਕ ਕਰਨ ਜਾਂਦੇ ਆਪਾਂ, ਉਹ ਵੀ ਇੱਕ ਮਸ਼ੀਨ ਆ ਜਿਹਦੇ 'ਤੇ ਵੇਟ ਚੈੱਕ ਕਰਦੇ ਹਾਂ ਆਪਾਂ, ਉਸ ਵੇਟ ਦੇ ਉੱਤੇ ਨੰਬਰਿੰਗ ਆ ਜਾਂਦੀ ਆ, ਆਪਾਂ ਉਸ 'ਤੇ ਡਿਪੈਂਡ ਹੋ ਜਾਂਦੇ ਹਾਂ, ਇੱਕ ਤਰ੍ਹਾਂ ਦਾ ਆਪਣਾ ਮੀਨ ਬਣ ਜਾਂਦਾ ਉਹ। ਤਾਂ ਉਹਦੇ 'ਤੇ ਆਪਾਂ ਰਿਲਾਇਬਲ ਹੋ ਜਾਂਦੇ ਇੱਕ ਤਰ੍ਹਾਂ ਦਾ, ਉਹ 'ਤੇ ਰਿਲਾਈ ਕਰਦੇ ਹਾਂ ਉਹਦੇ ਰਿਜ਼ਲਟ 'ਤੇ, ਆਬਜ਼ਰਵੇਸ਼ਨ 'ਤੇ। ਤਾਂ ਇਹਦੀ ਗੱਲ ਕੀਤੀ ਹੋਈ ਹੈ ਮਟੀਰੀਅਲਸ ਦੀ ਇੱਥੇ। ਫੋਰਥ ਗੱਲ ਕੀਤੀ ਹੋਈ ਹੈ ਦ ਬੋਡੀ ਆਫ ਫੈਕਟ ਐਂਡ ਨੌਲੇਜ ਸੋ ਬਿਲਟ ਥਰੂ ਦੀ ਯੂਜ਼ ਆਫ ਸਾਇੰਟੀਫਿਕ ਮੈਥਡ ਐਂਡ ਇੰਸਟਰੂਮੈਂਟ ਇਨ ਦਾ ਸਬਜੈਕਟ ਸਾਇੰਸ ਇਜ਼ ਨੋਨ ਟੂ ਪੋਜੈਸ ਦੇ ਫੋਲੋਇੰਗ ਕਰੈਕਟਰਿਸਟਿਕਸ। ਹੁਣ ਥੱਲੇ ਗੱਲ ਕੀਤੀ ਹੋਈ ਹੈ ਕਰੈਕਟਰਿਸਟਿਕਸ ਦੀ, ਵੀ ਕਿਹੜੇ ਕਰੈਕਟਰਿਸਟਿਕਸ ਨੇ ਜਿਹੜੇ ਕਿ ਆਪਣੀ ਜਿਹੜੀ ਨੌਲੇਜ ਤੇ ਫੈਕਟ ਨੂੰ ਬਿਲਡ ਕਰਦੇ ਨੇ ਸਾਇੰਟੀਫਿਕ ਮੈਥਡ ਦੇ ਵਿੱਚ। ਪਹਿਲੀ ਹੈਗਾ ਇਟ ਇਜ਼ ਕੁਆਇਟ ਕੰਪਰੀਹੈਂਸਿਵ, ਡਿਫਾਈਨਾਈਟ, ਇੰਪਾਰਸ਼ੀਅਲ, ਲਾਇਬਲ,
ऑब्जेक्टिव वैलिडिटी वेरीफुल, मतलब ये सारियां गल्लां कीतियां होईयां ने। ਇਹ ਕਾਫੀ ਵਿਆਪਕ, ਨਿਸ਼ਚਿਤ, ਨਿਰਪੱਖ, ਭਰੋਸੇਮੰਦ, ਉਦੇਸ਼ਪੂਰਨ, ਪ੍ਰਮਾਣਿਕ ਤੇ ਪ੍ਰਮਾਣਿਤ ਹੈ ਸਮਾਨ ਹਾਲਾਤਾਂ ਦੇ ਵਿੱਚ। ਮਤਲਬ ਜਿਹੜੇ ਹੁਣ ਜਿੰਨੇ ਵੀ ਆਪਾਂ ਚੀਜ਼ਾਂ ਵਰਤਦੇ ਹਾਂ, ਹੁਣ ਜੇ 1 ਕਿਲੋਮੀਟਰ ਨੂੰ ਆਪਾਂ ਬੋਲਦੇ ਹਾਂ, 1 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੇ ਆ? 1000 ਮੀਟਰ। ਤਾਂ ਉਹ ਇੱਥੇ ਵੀ ਵਰਤੇ ਜਾਂਦੇ ਆ, ਇੰਡੀਆ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਸੇਮ ਹੀ ਆ। ਤਾਂ ਇਹ ਰਿਲਾਇਬਲ ਨੇ, ਇਹ ਫਿਕਸ ਨੇ, ਇਹ ਹਰੇਕ ਥਾਂ 'ਤੇ ਵਰਤੇ ਜਾਂਦੇ ਨੇ, ਯੂਨੀਵਰਸਲ ਨੇ। ਇਟ ਇਜ਼ ਅ ਸਿਸਟਮੈਟਿਕ, ਔਰਗਨਾਈਜ਼ਡ, ਇੰਟਰਲੇਟਡ ਐਂਡ ਇੰਟਰਡਿਪੈਂਡੈਂਟ। ਮਤਲਬ ਇਹ ਸਿਸਟਮੈਟਿਕ ਆ, ਇੰਟਰਲੇਟਡ ਵਾ, ਡਿਪੈਂਡੈਂਟ ਆ। ਇੰਟਰਡਿਪੈਂਡੈਂਟ ਮਤਲਬ ਇਹਦੇ 'ਤੇ ਆਪਾਂ ਨਿਰਭਰ ਕਰ ਸਕਦੇ ਹਾਂ। ਇਟ ਕੈਨ ਬੀ ਸੇਫਲੀ ਯੂਜ਼ਡ ਇਨ ਗੇਨਿੰਗ ਐਡਵਾਂਸਡ ਨੌਲੇਜ ਆਫ ਸਬਜੈਕਟ ਐਂਡ ਕੈਰਿੰਗ ਦੇ ਫਰਦਰ ਰਿਸਰਚ। ਮਤਲਬ ਸੁਰੱਖਿਅਤ ਢੰਗ ਨਾਲ ਕਿਸੇ ਵਿਸ਼ੇ ਨੂੰ ਗਿਆਨ ਪ੍ਰਾਪਤ ਕਰਨ ਵਿੱਚ ਇਹਨਾਂ ਨੂੰ ਆਪਾਂ ਵਰਤ ਸਕਦੇ ਹਾਂ। ਹੁਣ ਇਹਦੇ 'ਚ ਉਹੀ ਗੱਲ ਕੀਤੀ ਹੋਈ ਆ, ਵਿਗਿਆਨ ਦਾ ਅਧਿਐਨ ਕਰਨ ਵਾਲੇ ਆਪਣੇ ਵਿਵਹਾਰਾਂ ਵਿੱਚ ਨਿਰਪੱਖਤਾ ਅਤੇ ਸੱਚਾਈ ਵਰਗੇ ਗੁਣਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਹੜਾ ਬੰਦਾ ਉਹਨੂੰ ਪੜ੍ਹਦਾ, ਉਹਨੂੰ ਕੀ ਕਰਦਾ, ਫਿਰ ਉਹ ਨਿਰਪੱਖ ਤੇ ਸੱਚਾਈ ਵਰਗੇ ਗੁਣ ਉਹਦੇ 'ਚ ਆ ਜਾਂਦੇ ਆ। ਜਿਹੜਾ ਖੋਜੀ ਕਰਦਾ ਉਹਦੇ ਵਿੱਚ ਇਹ ਗੁਣ ਆ ਜਾਂਦੇ ਨੇ। ਹੁਣ ਉਹ ਕਹਿੰਦੇ ਵੀ ਜਿਹੜੀਆਂ ਵੀ ਧਾਰਨਾਵਾਂ ਆਪਾਂ ਯੂਜ਼ ਕਰਦੇ ਹਾਂ ਸਟੱਡੀ ਵਾਸਤੇ, ਸਾਇੰਸ ਦੀ ਸਟੱਡੀ ਵਾਸਤੇ, ਉਹ ਬਾਕੀ ਸਾਰੇ ਸਬਜੈਕਟਾਂ ਦੀ ਸਟੱਡੀ ਨਾਲੋਂ ਕਾਫੀ ਵੱਖਰੀਆਂ ਨੇ। ਹੁਣ ਇਹਦੇ ਵਿੱਚ ਕੀ ਆਉਂਦਾ, ਦੇਰ ਇਜ਼ ਐਸੈਂਸ਼ਲੀ ਸਮ ਡਿਫਾਈਨਡ ਕੋਜ਼ ਲਿੰਕਸ ਵਿਦ ਦੀ ਅਕਰੈਂਸ ਆਫ ਐਨ ਇਵੈਂਟ। ਇਹਦੇ ਵਿੱਚ ਕਿਸੇ ਵੀ ਘਟਨਾ ਦੇ ਵਾਪਰਨ ਲਈ ਨਾਲ ਜ਼ਰੂਰੀ ਤੌਰ 'ਤੇ ਨਿਸ਼ਚਿਤ ਕਾਰਨ ਲਿੰਕ ਹੁੰਦੇ ਨੇ। ਮਤਲਬ ਇਹ ਆਪਾਂ ਕਾਰਨ ਜਾਣਦੇ ਆ ਵੀ ਹੋਇਆ ਕੀ ਆ। ਜੇ ਮੰਨ ਲਓ ਕਿਸੇ ਜਗ੍ਹਾ ਦੇ ਵਿੱਚ ਜਵਾਲਾਮੁਖੀ ਫਟੀ ਆ, ਤਾਂ ਉਹਦੇ ਵਿੱਚ ਵੀ ਦੇਖਦੇ ਆ ਵੀ ਇਹ ਚੀਜ਼ ਵਾਪਰੀ ਕਿਵੇਂ ਆ, ਉਹਦੇ ਲਈ ਆਪਾਂ ਖੋਜ ਕਰਦੇ ਹਾਂ। ਤਾਂ ਇਹ ਕੀ ਉਹਦੀ ਲਿੰਕ ਹੁੰਦੀ ਹੈ ਵੀ ਉਹ ਚੀਜ਼ ਹੋਈ ਕਿਵੇਂ, ਉਹਦੇ ਕੌਜ਼ ਨੂੰ ਲਿੰਕ ਕਰਦੇ ਹਾਂ ਆਪਾਂ ਉਹਦੇ। The cause of an event are not related with supernatural power but essentially physical and mechanical in nature। ਹੁਣ ਇਹ ਨਹੀਂ ਵੀ ਜੇ ਆਪਾਂ ਕਹਤਾ ਵੀ ਕਿਸੇ ਜਗ੍ਹਾ 'ਤੇ ਮੌਤਾਂ ਜ਼ਿਆਦਾ ਹੋਈ ਜਾਂਦੀਆਂ, ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਉੱਥੇ ਕੋਈ ਭੂਤ ਪ੍ਰੇਤ ਆ। ਮਤਲਬ ਕੋਈ ਸੁਪਰਨੈਚੁਰਲ ਪਾਵਰ ਨੂੰ ਨਹੀਂ ਸਾਇੰਸ ਮੰਨਦੀ ਆ ਵੀ ਕੋਈ ਨਾ ਕੋਈ ਇੱਥੇ ਕਾਰਨ ਹੋਊਗਾ, ਜਾਂ ਉੱਥੇ ਕੋਈ ਬਿਮਾਰੀ ਹੋ ਸਕਦੀ ਹੈ ਪਾਰਟੀਕੂਲਰ। ਤਾਂ ਸਾਇੰਸ ਇੱਥੇ ਕਿਤੇ ਨਾ ਕਿਤੇ ਯਕੀਨ ਕਰਦੀ ਆ ਫਿਜ਼ੀਕਲ ਅਤੇ ਮਕੈਨੀਕਲ ਨੇਚਰ ਦੇ ਵਿੱਚ। ਵਟ ਅਕਰ ਇਨ ਦਿਸ ਵਰਡ ਇਨ ਦੀ ਫਾਰਮ ਆਫ ਇਵੈਂਟ ਔਰ ਹੈਪਨਿੰਗ ਇਨ ਗਵਰਨਡ ਬਾਈ ਡਿਫਾਈਨਡ ਲਾਅ ਐਂਡ ਪ੍ਰਿੰਸੀਪਲ। ਤਾਂ ਹੁਣ ਇਹਦੇ 'ਚ ਇਹਨਾਂ ਨੇ ਕਿਹਾ ਹੋਇਆ ਡਿਫਾਈਨਡ ਲਾਅ, ਮਤਲਬ ਕੋਈ ਨਾ ਕੋਈ ਲਾਅ ਲੱਗਦੇ ਨੇ। ਹੁਣ ਜੇ ਬਿਜਲੀ ਦਾ ਗਰਜਣਾ ਹੋ ਗਿਆ, ਜਾਂ ਆਪਾਂ ਕਹਿ ਲਓ ਬਿਜਲੀ ਲਿਸ਼ਕਦੀ ਹੈ ਜਦੋਂ ਬੱਦਲ ਗਰਜਦੇ ਆ, ਤਾਂ ਉਹ ਪੁਰਾਣੇ ਟਾਈਮ ਦੇ ਵਿੱਚ ਕੀ ਮੰਨਿਆ ਜਾਂਦਾ ਸੀ ਵੀ ਰੱਬ ਉਹਨਾਂ 'ਤੇ ਗੁੱਸੇ ਹੋਈ ਜਾਂਦਾ, ਤਾਂ ਉਹ ਇਹੋ ਜਿਹੇ ਧਾਰਨਾਵਾਂ ਬਣਾਉਂਦੇ ਸੀ। ਪਰ ਨਹੀਂ, ਸਾਇੰਸ ਕੀ ਕਰਦਾ, ਕਿਸੇ ਨਾ ਕਿਸੇ ਪਰਟੀਕੂਲਰ ਲਾਅ ਜਾਂ ਸਾਇੰਟੀਫਿਕ ਫੈਕਟ ਨੂੰ ਮੰਨਦਾ। ਉਹਨੇ ਦੱਸਿਆ ਸੀ, ਬੈਂਜਾਮਿਨ ਫਰੈਂਕਲਿਨ ਨੇ ਜਦੋਂ ਕੀਤੀ ਸੀਗੀ ਉਹਦੀ ਡਿਸਕਵਰੀ ਚਾਰਜ ਦੀ, ਉਹਨੇ ਕਿਹਾ ਸੀਗਾ ਵੀ ਉੱਪਰ ਤੇ ਥੱਲੇ ਅੱਡ ਚਾਰਜਸ ਹੋ ਜਾਂਦੇ ਨੇ, ਪੋਜ਼ੀਟਿਵ ਨੈਗੇਟਿਵ, ਜਿਹਦੇ ਕਰਕੇ ਬਿਜਲੀ ਲਿਸ਼ਕਦੀ ਆ। ਤਾਂ ਕੋਈ ਨਾ ਕੋਈ ਲਾਅ ਵਾਪਰਦੇ ਨੇ, ਕੋਈ ਨਾ ਕੋਈ ਪ੍ਰਿੰਸੀਪਲ ਹੁੰਦੇ ਨੇ ਸਾਇੰਸ ਦੇ ਅਕੋਰਡਿੰਗ। The cause for the happening of events can be studied in a quite scientific way involving objective reliable validity। ਤਾਂ ਉਹ ਇਹੀ ਗੱਲ ਕਹਿੰਦੇ ਵੀ ਜਿਹੜੀ ਘਟਨਾਵਾਂ ਵਾਪਰਦੀਆਂ ਉਹ ਕਾਫੀ ਵਿਗਿਆਨਿਕ ਢੰਗ ਨਾਲ ਅਧਿਐਨ ਉਹਨਾਂ ਦਾ ਕੀਤਾ ਜਾ ਸਕਦਾ। ਨਿਰਪੱਖਤਾ, ਭਰੋਸੇਮੰਦ ਤੇ ਵੈਧਤਾ ਨੂੰ ਸ਼ਾਮਲ ਕੀਤਾ ਜਾਂਦਾ। ਮਤਲਬ ਉੱਥੇ ਨਿਰਪੱਖ ਰੱਖਿਆ ਜਾਂਦਾ। ਇਹ ਨਹੀਂ ਵੀ ਆਪਾਂ ਕਿਸੇ ਇੱਕ ਵੱਡੇ ਬੰਦੇ ਨੂੰ ਮੰਨ ਕੇ ਉਹਦੀ ਗੱਲ ਨੂੰ ਸੱਚ ਮੰਨ ਲਾਂਗੇ, ਉਹਦੇ ਤੱਥ ਦੇਖੇ ਜਾਂਦੇ ਨੇ ਸਾਇੰਟੀਫਿਕ ਵੇ ਨਾਲ। ਤਾਂ ਇਹ ਸੀਗਾ ਜੀ ਇਹਨਾਂ ਵਿੱਚ। ਫਿਰ ਅੱਗੇ ਲਾਸਟ ਪੈਰੇ ਦੀ ਗੱਲ ਕਰ ਲਈਏ, ਇਹ ਆਪਾਂ ਥੋੜ੍ਹਾ ਜਿਹਾ ਫਾਸਟ ਵਿੱਚ ਪੜ੍ਹ ਲਾਂਗੇ। ਸਾਇੰਸ ਥਰੂ ਇਟਸ ਬੋਡੀ ਆਫ ਨੌਲੇਜ ਐਂਡ ਮੈਥਡ ਆਫ ਸਟੱਡੀ ਹੈਲਪਸ ਇਨ ਡਿਵਾਈਡਿੰਗ ਡੀਪ ਇਨਟੂ ਇਵੈਂਟਸ। ਮਤਲਬ ਇਹ ਕੀ ਕਰਦਾ, ਆਪਣਾ ਨੌਲੇਜ ਜਿਹੜੀ ਆ ਸਾਇੰਸ ਦੀ ਕਿਸੇ ਵੀ ਸਟੱਡੀ ਨੂੰ ਹੈਲਪ ਕਰਦੀ ਆ, ਆਪਾਂ ਨੂੰ ਡੀਪ ਨੇਚਰ ਦੇ ਇਵੈਂਟ ਨੂੰ ਉਹਨੂੰ ਡੀਪ ਸਟੱਡੀ ਕਰਨ ਦੇ ਵਿੱਚ ਹੈਲਪ ਕਰਦੀ ਆ। ਵੀ ਕੈਨ ਡਿਸਕਵਰ ਐਵਰੀ ਟਰੁੱਥ ਬਿਹਾਈਂਡ ਐਵਰੀ ਹੈਪਨਿੰਗ ਥਰੂ ਦੀ ਹੈਲਪ ਆਫ ਸਾਇੰਸ। ਮਤਲਬ ਜਿੰਨਾ ਵੀ ਕੁਛ ਆਪਣੇ ਆਸੇ ਪਾਸੇ ਵਾਪਰ ਰਿਹਾ, ਆਪਾਂ ਉਹਨੂੰ ਸਾਇੰਸ ਦੀ ਹੈਲਪ ਨਾਲ ਮਾਪ ਸਕਦੇ ਹਾਂ। ਦਾ ਟਰੂ ਨੇਚਰ ਐਂਡ ਕੰਪੋਜੀਸ਼ਨ ਆਫ ਆਬਜੈਕਟ ਕੈਨ ਬੀ ਪ੍ਰੋਪਰਲੀ ਨੋਨ ਥਰੂ ਇਟਸ ਹੈਲਪ। ਮਤਲਬ ਜਿਹੜੀਆਂ ਸੱਚੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਆਪਾਂ ਉਹਨਾਂ ਦੀ ਕੌਜ਼ ਇਫੈਕਟ ਦੇ ਵਿੱਚ ਰਿਲੇਸ਼ਨਸ਼ਿਪ ਬਿਠਾ ਸਕਦੇ ਹਾਂ ਕਿਸੇ ਵੀ ਇਵੈਂਟ ਦੇ ਵਿੱਚ। ਉੱਤੇ ਪ੍ਰਿੰਸੀਪਲ ਤੇ ਲਾਅ ਜਿਹੜੇ ਆ ਲਗਾ ਸਕਦੇ ਹਾਂ। ਦਾ ਮੋਸਟ ਸਪੈਸ਼ਲ ਫੀਚਰ ਆਫ ਸਾਇੰਸ, ਮਤਲਬ ਜਿਹੜਾ ਸਭ ਤੋਂ ਵੱਡਾ ਸਪੈਸ਼ਲ ਫੀਚਰ ਆ, ਜ਼ਰੂਰੀ ਫੀਚਰ ਆ, ਉਹ ਕੀ ਹੈਗੀ ਆ, ਐਬਿਲਿਟੀ ਟੂ ਪ੍ਰੈਡਿਕਟ। ਮਤਲਬ ਪ੍ਰੈਡਿਕਟ ਲਗਾ ਸਕਦੇ ਹਾਂ। ਤਾਂ ਹੀ ਤਾਂ ਹੁਣ ਜੋ ਮੀਂਹ ਦਾ ਅਨੁਮਾਨ ਪਹਿਲੇ ਲਾ ਕੇ ਆਪਾਂ ਨੂੰ ਮੌਸਮ ਦਾ ਵਿਭਾਗ ਦੱਸ ਦਿੰਦਾ ਵੀ ਫਲਾਣੀ ਥਾਂ ਦੇ ਉੱਤੇ ਮੀਂਹ ਆਉਣ ਵਾਲਾ, ਫਲਾਣੀ ਥਾਂ ਦੇ ਉੱਤੇ ਬੱਦਲ ਆਉਣਗੇ ਅੱਜ। ਤਾਂ ਇੱਥੇ ਇਹਦੀ ਸਭ ਤੋਂ ਖੂਬਸੂਰਤੀ ਆ ਵੀ ਆਪਾਂ ਇਹਨੂੰ ਪ੍ਰੈਡਿਕਟ ਕਰ ਸਕਦੇ ਹਾਂ ਇਹਦੀ ਹੈਲਪ ਦੇ ਨਾਲ। ਹੁਣ ਉਹੀ ਗੱਲ ਆ, ਜਿਵੇਂ ਹੁਣ ਐਡੀਸਨ ਨੇ ਬਲਬ ਦੀ ਖੋਜ ਕੀਤੀ ਸੀਗੀ, ਉਹਨੇ ਅੱਡ ਤਰੀਕੇ ਨਾਲ ਜਗਾ ਕੇ ਦੇਖਿਆ ਉਹਨੂੰ, ਪਹਿਲਾਂ ਨਹੀਂ ਜਗਿਆ, ਫਿਰ ਇੱਕ ਨੂੰ ਇਹੋ ਜਿਹਾ ਮਤਲਬ ਐਲੀਮੈਂਟ ਮਿਲ ਗਿਆ ਉਹਦੇ ਵਿੱਚ ਵੀ ਜਿਹਨੂੰ ਆਹ ਗੈਸ ਫਿਲ ਕਰਕੇ ਉਹਦੇ ਨਾਲ ਬਲਬ ਜਗ ਰਿਹਾ ਸੀ। ਤਾਂ ਉਹ ਉਹਦੇ ਤੱਥ ਬਣ ਗਿਆ ਇੱਕ ਤਰ੍ਹਾਂ ਦਾ ਵੀ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਸ ਚੀਜ਼ ਨੂੰ ਰਿਪੀਟ ਕਰੂੰਗਾ ਤਾਂ ਆਹ ਚੀਜ਼ ਵਾਪਰੂਗੀ। ਤਾਂ ਇਹੀ ਚੀਜ਼ ਆ ਵੀ ਜਿਹੜਾ ਇੱਕ ਵਾਰੀ ਪ੍ਰਿੰਸੀਪਲ ਤੇ ਲਾਅ ਬਣ ਗਿਆ, ਉਹਨੂੰ ਆਪਾਂ ਅੱਗੇ ਵੀ ਅਪਲਾਈ ਕਰ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ। ਇਹੀ ਗੱਲ ਕੀਤੀ ਹੋਈ ਆ ਇਸ ਪੈਰੇ ਦੇ ਵਿੱਚ। ਤਾਂ ਆਈ ਹੋਪ ਤੁਹਾਨੂੰ ਸਾਇੰਸ ਦੀ ਜਿਹੜੀ ਹੈ ਪੈਡਾਗੋਜੀ ਦੀ ਇੰਟਰੋਡਕਟਰੀ ਕਲਾਸ ਵਧੀਆ ਲੱਗੀ ਹੋਏਗੀ, ਕਿ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਸਮਝ ਲੱਗ ਗਈਆਂ ਹੋਣਗੀਆਂ। ਜੇ ਤੁਹਾਨੂੰ ਇਹ ਕਲਾਸ ਪਸੰਦ ਆਈ, ਮੈਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਕਰ ਲਿਓ। ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ।